ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਪ ਬਾਣੀ ਦੀ ਵਿਚਾਰ ਤੋਰੀ ਆ ਰਹੇ ਹਾਂ। ਅੱਜ ਤੀਸਰੇ ਪਦੇ ਦੀ ਵਾਰੀ ਹੈ। ਤੀਸਰੇ ਪਦੇ ਦੀ ਆਪਾਂ ਗੱਲ ਕਰਨੀ ਹੈ। ਪਹਿਲਾਂ ਪਿੱਛੇ ਆਪਾਂ ਹੁਕਮ ਅਤੇ ਹੁਕਮੀ ਦੀ ਗੱਲ ਕਰਕੇ ਆਏ ਹਾਂ। ਹੁਕਮੀ ਜਿੱਥੇ ਬਿਹਾਰੀ ਹੈ, ਹੁਕਮੀ ਦਾ ਮਤਲਬ ਅਕਾਲ ਪੁਰਖ ਹੈ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਉਸ ਦੀ ਰਹਿਮਤ ਦਾ ਸਦਕਾ ਦ੍ਰਿਸ਼ਟ ਤੇ ਅਦ੍ਰਿਸ਼ਟ ਸਰੂਪ ਆਉਂਦੇ ਨੇ। ਉਸ ਦੀ ਰਹਿਮਤ ਦਾ ਸਦਕਾ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ। ਗੁਰਪ੍ਰਸਾਦ ਦੇ ਜ਼ਰੀਏ ਉਹ ਪੰਜ ਪ੍ਰਵਾਨ ਹੁੰਦੇ ਨੇ। ਉਸ ਦੇ ਭਾਣੇ 'ਚ ਹੀ, ਉਸ ਦੇ ਹੁਕਮ ਵਿੱਚ ਹੀ ਅਪਰ ਕਲਾਸ, ਲੋਅਰ ਕਲਾਸ, ਉੱਤਮ ਨੀਚ, ਉਸ ਦੇ ਭਾਣੇ ਦੇ ਵਿੱਚ ਹੀ ਹੈ। ਉਹਦੇ ਹੁਕਮ ਦੇ ਸਦਕਾ ਹੀ, ਉਹਦੇ ਭਾਣੇ ਦੇ ਵਿੱਚ ਹੀ ਦੁੱਖਾਂ ਦਾ ਸੁੱਖਾਂ ਦਾ ਭੁਗਤਾਨ ਹੋ ਰਿਹਾ ਕਰਮਾਂ ਦੇ ਅਨੁਸਾਰ। ਇਕਨਾ ਨੂੰ ਬਖਸ਼ੀਸ਼, ਇਕਨਾ ਹੁਕਮੀ ਬਖਸ਼ੀਸ਼। ਇਹ ਗੱਲ ਦੇਖੋ, ਵਾਰ-ਵਾਰ ਅਸੀਂ ਕਹਿੰਦੇ ਆ ਰਹੇ ਹਾਂ ਕਿ ਜਿੱਥੇ ਵੀ ਬਖਸ਼ੀਸ਼ ਦੀ ਗੱਲ ਆਏਗੀ, ਉਹ ਹੈ ਕਿ ਉਸ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਕਿਰਪਾ ਕੀ ਕਰਦਾ। ਅਕਾਲ ਪੁਰਖ ਦੀ ਬਖਸ਼ੀਸ਼, ਅਕਾਲ ਪੁਰਖ ਦੀ ਮਿਹਰ ਇਹੀ ਹੈ ਕਿ ਉਹ ਜੀਵ ਨੂੰ ਨਾਮ ਜਪਣ ਵਾਲੇ ਪਾਸੇ ਲਾ ਦਿੰਦਾ। ਜਿਹੜੀਆਂ ਬਾਕੀ ਦਾਤਾਂ ਦੀ ਗੱਲ ਨਹੀਂ ਕਰਦੇ, ਜਿੱਦਾਂ ਅਸੀਂ ਐਕਸਪਲੇਨ ਕਰਦੇ ਆ ਰਹੇ ਹਾਂ ਕਿ ਗੁਰਦੁਆਰੇ ਜਾ ਕੇ ਅਰਦਾਸ ਕਰਨੀ, ਕਰਾਉਣੀ, ਪੈਸੇ ਦੇ ਕੇ ਅਰਦਾਸ ਕਰਾਉਣੀ ਵੀ ਪੁੱਤਰ ਦੀ ਦਾਤ ਬਖਸ਼ੋ, ਜੌਬ ਦੀ ਦਾਤ ਬਖਸ਼ੋ, ਕਾਰੋਬਾਰ ਚੰਗੇ ਚੱਲਣ ਦੀ ਦਾਤ ਬਖਸ਼ੋ। ਇਹ ਨਾਮ ਜਪਣ ਦੇ ਨਾਲ ਹੀ ਬੋਨਸ ਦੇ ਵਿੱਚ ਸਾਰਾ ਕੁਝ ਆਈ ਜਾਏਗਾ। ਇਹਦੇ ਲਈ ਤੁਹਾਨੂੰ ਮੰਗਣ ਦੀ ਲੋੜ ਨਹੀਂ ਹੈ। ਮੰਗਣਾ ਤਾਂ ਸੱਚ ਇੱਕ, ਉਸ ਅਕਾਲ ਪੁਰਖ ਦੇ ਪਾਸੋਂ ਬੰਦਗੀ ਦੀ ਦਾਤ ਮੰਗਿਆ ਕਰੋ ਹਮੇਸ਼ਾ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਕੋਈ ਬਾਹਰਲੀ ਪਾਵਰ ਨਹੀਂ ਹੈ। ਸਾਰਾ ਕੁਝ ਇੱਕੋ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ। ਤੇ ਜਿਸ ਨੂੰ ਅਕਾਲ ਪੁਰਖ ਦੇ ਭਾਣੇ 'ਚ ਰਹਿਣ ਦੀ ਸੋਝੀ ਆ ਗਈ, ਉਹ ਫਿਰ ਮਾਇਆ ਤੋਂ ਅਲੱਗ ਹੋ ਜਾਏਗਾ, ਮਾਇਆ ਤੋਂ ਪਰੇ ਹੋ ਜਾਏਗਾ। ਹਉਮੈ ਕਹੈ ਨਾ ਕੋਏ। ਹਉਮੈ, ਜਿੱਥੇ ਵੀ ਇੱਕ ਲਫ਼ਜ਼ ਆਵੇ ਉਹਦੇ ਨਾਲ ਚਾਰ ਜੋੜ ਲਓ, ਕਿਉਂਕਿ ਇਹ ਚਾਰਾਂ ਦੇ ਉੱਤੇ ਹੀ ਕੰਮ ਕਰ ਰਿਹਾ। ਹੁਣ ਅਗਲੀ ਗੱਲ ਜਿਹੜੀ ਅੱਜ ਵਿਸ਼ਾ ਥੋੜ੍ਹਾ ਜਿਹਾ ਬਰੀਕ ਹੈ, ਔਰ ਅਸੀਂ ਜਦੋਂ ਇੱਥੇ ਵਿਚਾਰ ਕਰਨ ਬੈਠੀਦਾ ਤੇ ਇਹੀ ਕੋਸ਼ਿਸ਼ ਕਰੀਦੀ ਹੈ ਕਿ ਲਫ਼ਜ਼ ਨਾਲ ਇਨਜਸਟਿਸ ਨਾ ਹੋਵੇ। ਓਨੈਸਟੀ ਰੱਖ ਕੇ ਜੋ ਗੱਲ ਪਾਤਸ਼ਾਹ ਨੇ ਬਾਣੀ 'ਚ ਕਹੀ ਹੈ, ਅਸੀਂ ਉਹ ਹੂਬਹੂ ਖੋਲ੍ਹਣ ਦੀ ਕੋਸ਼ਿਸ਼ ਕਰੀਏ। ਹਾਂ, ਸੰਗਤ ਵਾਸਤੇ ਜ਼ਰੂਰੀ ਨਹੀਂ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਉਹ 100% ਤੁਸੀਂ ਉੱਦਾਂ ਹੀ ਮੰਨਣਾ। ਆਪਣੇ ਮਨ ਨਾਲ ਵੀ ਵਿਚਾਰ ਕਰਨੀ ਹੈ। ਉਸ ਤੋਂ ਬਾਅਦ ਇਹ ਬ੍ਰਹਮ ਗਿਆਨ ਦੀ ਸਾਂਝ ਪਾਉਣੀ ਹੈ। ਆਪ ਇਹਨੂੰ ਪੜ੍ਹਨਾ ਤੇ ਵਿਚਾਰਨਾ ਆਪ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਮੈਂ ਵੀ ਗਲਤ ਹੋ ਸਕਦਾ। ਜਿੱਥੇ ਕਿਤੇ ਬਾਣੀ ਦੇ ਅਕੋਰਡਿੰਗਲੀ ਗਲਤੀ ਆਏਗੀ, ਅਸੀਂ ਉਹਨੂੰ ਦਰੁਸਤ ਵੀ ਕਰਾਂਗੇ। ਸੋ ਅੱਜ ਆਪਾਂ ਜਿਹੜਾ ਅੱਜ ਗਾਉਣ ਦਾ ਵਿਸ਼ਾ ਹੈ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਸੋ
ਇਸ ਨੂੰ ਥੋੜਾ ਜਿਹਾ ਸਮਝਣਾ ਪਊਗਾ। ਬਈ ਗਾਉਣਾ ਹੈ ਕੀ ਹੈ? ਗਾਉਣਾ ਕੀਰਤਨ ਕਰਨਾ ਹੈ, ਜਾਂ ਗਾਉਣਾ ਉੱਚੀ ਉੱਚੀ ਪਾਠ ਕਰਨਾ ਹੇਕਾਂ ਲਾ ਕੇ, ਜਾਂ ਸਾਰੀ ਰਾਤ ਸਾਜ਼ ਵਜਾ ਕੇ ਉਸ ਮੌਸੀਕੀ ਦੇ ਵਿੱਚ ਆਨੰਦਿਤ ਹੋਣਾ ਹੈ, ਉਹ ਹੈ ਗਾਉਣਾ। ਮੈਂ ਪਹਿਲਾਂ ਬੇਨਤੀ ਕਰਦਾ, ਵਿਸ਼ਾ ਬੜਾ ਬਰੀਕ ਹੈ, ਬਾਅਦ 'ਚ ਆਪਾਂ ਡਿਸਕਸ਼ਨ ਕਰਾਂਗੇ, ਇਹਦੇ 'ਤੇ ਸਵਾਲ ਜਵਾਬ ਹੋਣਗੇ, ਸਿਰਫ ਡਿਸਕਸ਼ਨ। ਜੇ ਕਿਸੇ ਸਵਾਲ ਦਾ ਜਵਾਬ ਨਾ ਆਪਾਂ ਪ੍ਰੂਵ ਕਰ ਸਕੇ ਤੇ ਉਹਨੂੰ ਫਿਰ ਆਪਾਂ ਅਗਲੀ ਵਾਰੀ ਵਿਚਾਰ ਲਾਂਗੇ। ਹੁਣ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਇੱਥੇ ਤਾਣ ਲਫ਼ਜ਼ ਹੈ, ਤਾਣ ਦੇ ਨਾਣੇ ਨੂੰ ਔਂਕੜ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇਸ ਗਾਉਣ ਤੋਂ ਬਿਨਾਂ ਜਿਹੜਾ ਜਨਮ ਵਿਅਰਥ ਚਲਾ ਜਾਣਾ। ਇਹ ਕੈਸਾ ਗਾਉਣਾ ਹੈ? ਗਾਵੈ, ਗਾਉਣਾ ਹੈ ਹੀ ਬੰਦਗੀ ਹੈ, ਗਾਉਣਾ ਹੈ ਹੀ ਭਜਨ ਹੈ। ਬਿਲਕੁਲ ਪੈਰਲਲ ਲਫ਼ਜ਼ ਆਪਾਂ ਲਵਾਂਗੇ ਕੀਰਤਨ, ਕੀਰਤਨ ਕਰਨਾ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਇਹ ਸ਼ਬਦ ਹੈ ਜੀ ਪੇਜ ਨੰਬਰ 199 ਤੇ 199, ਮਹੱਲੇ ਪੰਜਵੇਂ ਦਾ, ਗੌੜੀ ਮਹੱਲਾ ਪੰਜਵਾਂ, ਔਰ ਪਹਿਲੀ ਹੀ ਤੁਕ ਰਹਾਉ ਦੀ ਰੱਖੀ ਹੈ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗਿਆ। ਹੁਣ ਇਹ ਰਹਾਉ ਦੀ ਤੁਕ ਹੈ। ਆਪਾਂ ਇੱਕ ਲਫ਼ਜ਼ ਨੂੰ ਲੈ ਕੇ ਉਹਦਾ ਮੀਨਿੰਗ ਆਪਣੇ ਅਕੋਰਡਿੰਗਲੀ ਉਹਨੂੰ ਲੈ ਆਉਨੇ ਆ, ਕਿਉਂਕਿ ਉਹ ਚੀਜ਼ ਸਾਨੂੰ ਚੰਗੀ ਲੱਗਦੀ। ਹਾਂ, ਇੱਕ ਮੈਂ ਗੱਲ ਇੱਥੇ ਕਹਿੰਦਾ ਚੱਲਾਂ ਕਿ ਕੀਰਤਨ ਕਰਨਾ ਇਕੱਠੇ ਹੋ ਕੇ ਬੈਠ ਕੇ ਬਹੁਤ ਬਹੁਤ ਪਵਿੱਤਰ ਕੰਮ ਹੈ, ਪਵਿੱਤਰ ਕਾਰਜ ਹੈ, ਕਰਨਾ ਚਾਹੀਦਾ ਹੈ। ਜੇ ਮਨ ਨੂੰ ਟਿਕਾ ਆ ਰਿਹਾ ਹੈ, ਮਨ ਨੂੰ ਸੁੱਝ ਆ ਰਹੀ ਹੈ, ਮਨ ਜਾਗ ਰਿਹਾ ਹੈ, ਤੇ ਬਹੁਤ ਅੱਛੀ ਗੱਲ ਹੈ। ਪਰ ਇਹ ਸ਼ਬਦ ਜਿਹੜਾ ਇਹਦੀ ਰਹਾਉ ਦੀ ਤੁਕ, ਔਰ ਸ਼ਬਦ ਰਹਾਉ ਦੀ ਤੁਕ ਤੋਂ ਹੀ ਸ਼ੁਰੂ ਹੋ ਰਿਹਾ। ਸੋ ਕਿਛ ਕਰ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਅੱਗੇ ਪਤਾ ਕੀ ਲਿਖਿਆ? ਅੱਗੇ ਲਿਖਿਆ ਹੈ, ਏਕੋ ਸਿਮਰੇ ਨਾ ਦੂਜਾ ਭਾਓ, ਸੰਤ ਸੰਗ ਜਪ ਕੇਵਲ ਨਾਉ। ਸਿਰਫ ਤੇ ਸਿਰਫ ਇੱਕ ਨਾਮ ਅਕਾਲ ਪੁਰਖ ਦਾ ਜਪਣ ਦਾ ਹੁਕਮ ਆ ਰਿਹਾ। ਏਕੋ ਸਿਮਰੇ, ਇੱਕੋ ਨੂੰ ਸਿਮਰ ਕੇ, ਇੱਕ ਦਾ ਨਾਮ ਅਭਿਆਸ, ਇੱਕ ਅੱਖਰ ਦਾ ਜਾਪ ਕਰਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਵਸਤੂ ਨਾਲ ਪਿਆਰ ਨਾ ਪਾਉਣ ਦੀ ਤਾਕੀਦ ਹੈ। ਹੁਕਮ ਹੈ, ਹੁਕਮ, ਤਾਕੀਦ ਵੀ ਨਹੀਂ, ਹੁਕਮ। ਕਹਿੰਦੇ ਸੰਤ ਸੰਗ ਜਪੇ ਕੇਵਲ ਨਾਉ, ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਕੀਰਤਨ ਦਾ ਜਿਹੜਾ ਅੱਖਰੀ ਅਰਥ ਹੈ ਉਹ ਹੈ ਇਸ ਤਨ ਦੇ ਅੰਦਰ ਪ੍ਰਭੂ ਦੀ ਕੀਰਤੀ ਦਾ ਉਪਜਣਾ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਇੱਕ ਨਾਮ ਅਭਿਆਸ ਦੀ ਕੀਰਤ ਕਰਨੀ ਹੀ ਕਲਯੁਗ ਦੇ ਵਿੱਚ ਪ੍ਰਵਾਨ ਹੈ। ਬਹੁਤ ਵਾਰੀ ਅਸੀਂ ਇਹ ਤੁਕ ਸੁਣੀ ਦੀ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ,
ਗ੍ਰੰਥੀ ਜੀ ਅਰਦਾਸ ਵੀ ਕਰਦੇ ਆ ਜੀ, ਆਪ ਜੀ ਦੇ ਹੁਕਮ ਅਨੁਸਾਰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਦੇ ਹੁਕਮ ਅਨੁਸਾਰ ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ, ਉਪਰੰਤ ਸ਼ਬਦ ਕੀਰਤਨ ਹੋਇਆ ਹੈ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਗਾਇਆ ਹੈ। ਉਹ ਮਤਲਬ ਕੱਲਾ ਕੱਲਾ ਗਣਾਉਂਦੇ ਆ ਉੱਥੇ। ਇਹ ਠੀਕ ਹੈ, ਮੁਕੱਦਸ ਕਾਰਜ ਹੈ, ਜ਼ਰੂਰ ਕਰੋ, ਪਰ ਲੇਕਿਨ ਉਹਦਾ ਮੀਨਿੰਗ ਨਾ ਵਿਗੜੇ ਭਾਈ। ਉਹ ਜਿਹੜੀ ਚੀਜ਼ ਪਾਤਸ਼ਾਹ ਦੱਸ ਰਹੇ ਆ ਨਾ, ਉਹਨੂੰ ਅਸੀਂ ਤੋੜੀਏ ਮਰੋੜੀਏ ਨਾ। ਰਹਾਉ ਕਹਿੰਦਾ ਸੋ ਕਿਛ ਕਰ ਜਿਤ ਮੈਲ ਨਾ ਲੱਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਸ਼ਬਦ ਦੀ ਕੀਰਤੀ, ਹਰ ਕੀਰਤਨ, ਇਸ ਤਨ ਦੇ ਅੰਦਰ ਜਦੋਂ ਸ਼ਬਦ ਦੀ ਕੀਰਤੀ ਸ਼ੁਰੂ ਹੋ ਗਈ, ਇਹ ਮਨ ਜਾਗਣਾ ਸ਼ੁਰੂ ਹੋਏਗਾ। ਇਹਦੇ ਨਾਲ ਸਾਡੀ ਮੈਲ ਉਤਰਨੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਇਹ ਸਾਰਾ ਬੰਦ ਪੜ੍ਹ ਲਓ ਸੁਖਮਨੀ ਸਾਹਿਬ ਦੇ ਵਿੱਚ। ਆਪਾਂ ਆਪਣੇ ਸ਼ਬਦਾਂ ਲਾਈਏ। ਸ਼ਬਦ ਦੀ ਪਹਿਲੀ ਤੁਕ ਹੈ, ਕਹਿੰਦੇ ਏਕੋ ਸਿਮਰ ਨਾ ਦੂਜਾ ਭਾਓ, ਸੰਤ ਸੰਗ ਜਪ ਕੇਵਲ ਨਾਉ। ਕਹਿੰਦੇ ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਇਹ ਸ਼ਬਦ ਜਿਹੜੇ ਮੈਂ ਬੋਲਦਾ ਵਿੱਚ ਵਿੱਚ, ਇਹਨਾਂ ਨੂੰ ਅਲਰਟ ਹੋ ਕੇ ਤੁਸੀਂ ਵੀ ਕੱਢ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ, ਫੋਨ ਦੀ ਸਕਰੀਨ ਤੇ ਜਾਂ ਕੰਪਿਊਟਰ ਤੇ ਬੈਠੇ ਹੋ, ਕੰਪਿਊਟਰ ਦੀ ਸਕਰੀਨ ਤੇ ਕੱਢ ਸਕਦੇ ਹੋ। ਕਰਮ ਧਰਮ ਨੇਮ ਬ੍ਰਤ ਪੂਜਾ, ਜਿੰਨੇ ਵੀ ਮਿੱਥੇ ਹੋਏ ਕਰਮ ਕਾਂਡ ਨੇ, ਆਪਾਂ ਸਮਝਦੇ ਹਾਂ ਕਿ ਅਸੀਂ ਧਰਮ ਦਾ ਕੰਮ ਕਰ ਰਹੇ ਹਾਂ, ਕਰਮ ਕਾਂਡ ਕਿਹਾ ਉਹਨਾਂ ਨੂੰ। ਵਿੱਚ ਹੀ ਆ ਗਏ ਨੇਮ, ਨਿੱਤ ਦਾ ਨੇਮ, ਜਿਹੜਾ ਵੀ ਰੋਜ਼ ਦਾ ਅਸੀਂ ਨੇਮ ਬਣਾ ਲਿਆ ਵੀ ਇੰਨਾ ਕੰਮ ਕਰਨਾ ਹੀ ਕਰਨਾ। ਬ੍ਰਤ ਪੂਜਾ, ਕਹਿੰਦੇ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਇੱਕ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ, ਸਭ ਕੁਛ ਜ਼ੀਰੋ ਹੈ। ਕਿਉਂ? ਸੋ ਕਿਛ ਕਰ ਜਿਤ ਮੈਲ ਨਾ लागै, ਹਰ ਕੀਰਤਨ ਮੈਂ ਇਹ ਮਨ ਜਾਗੈ। ਅੱਗੇ ਚੱਲੀਏ। ਤਾਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਬੜਾ ਇੰਪੋਰਟੈਂਟ ਹੈ, ਅਸੀਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਭਰੋਸਾ ਪ੍ਰਤੀਤ ਬੜੀ ਇੰਪੋਰਟੈਂਟ ਹੈ। ਇਸ ਤੋਂ ਬਿਨਾਂ ਗੱਲ ਨਹੀਂ ਬਣਨੀ, ਇਸ ਤੋਂ ਬਿਨਾਂ ਟੱਕਰਾਂ ਹੀ ਹੋਣਗੀਆਂ। 80-80 ਸਾਲ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਔਰ ਉਹਨਾਂ ਨੇ ਹੱਥ ਖੜੇ ਕਰਤੇ ਵੀ ਕੱਖ ਪੱਲੇ ਨਹੀਂ ਪਿਆ। ਉਹ ਮਿਹਨਤ ਵੀ ਕਾਹਦੀ ਕੀਤੀ ਉਹਨਾਂ ਨੇ ਪਾਠਾਂ ਤੇ ਜ਼ੋਰ ਦੇ ਦਿੱਤਾ, ਬਾਕੀ ਬਾਹਰੋਂ ਰਹਿਣੀ ਬਹਿਣੀ ਤੇ ਜ਼ੋਰ ਦੇ ਦਿੱਤਾ, ਤੇ ਜਿਹੜਾ ਇੱਕ ਨਾਮ ਅਭਿਆਸ ਦੀ ਗੱਲ ਸੀ ਉਹ ਵਿਸਰ ਗਈ। ਅੱਛਾ, ਸੋ ਬੈਸਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਬਿਕਾਰ। ਆ ਬੜਾ ਰੌਲਾ ਪੈਂਦਾ ਲਫ਼ਜ਼ ਦਾ। ਇਹ ਵੀ ਕਦੇ ਕਦੇ ਮਹਾਰਾਜ ਨੇ ਹੁਕਮ ਕੀਤਾ ਤੇ ਇਹਨੂੰ ਨਖੇੜਾਂਗੇ ਵੀ ਬੈਸਨੋ ਹੁੰਦਾ ਕੀ ਆ। ਇਹ ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲੇ ਬੈਸਨੋ ਨਹੀਂ ਹੈ। ਵੈਸ਼ਨੋ ਬਹੁਤ श्रेष्ठ अवस्था है। वैष्णो बहुत इस तरह कह लो, वैष्णो है ही भगत है, भगत ਨੂੰ ਕਿਹਾ वैष्णो। सो वैष्णो है अपर अपार, ਜਿਹੜਾ ਸੰਤ ਸੰਗ ਜਪ ਕੇਵਲ ਨਾਉ, ਜਿਹੜਾ ਕੇਵਲ ਤੇ ਕੇਵਲ ਨਾਮ ਅਭਿਆਸ ਦੇ ਵਿੱਚ ਜੁਟਿਆ ਉਹ ਵੈਸ਼ਨੋ ਹੈ। ਕਹਿੰਦੇ ਕਹੋ ਨਾਨਕ ਜਿਨ ਤਜੇ ਬਿਕਾਰ, ਬਿਕਾਰ ਖਤਮ ਹੋਣੇ ਹੀ ਤਾਂ ਨੇ ਜੇ ਨਾਮ ਅਭਿਆਸ ਹੋਊਗਾ। ਆਪਣਾ ਆਪਣਾ ਐਨਾਲਿਸਿਸ ਕਰਕੇ ਦੇਖ ਲਓ, ਮੈਂ ਆਪ ਕਰਕੇ ਦੇਖ ਲਿਆ, ਨਾਮ ਤੋਂ ਬਿਨਾਂ ਕੱਖ ਨਹੀਂ ਹੋਣਾ। ਅਸੀਂ ਵੀ ਕੀਰਤਨ ਕਰਦੇ ਰਹੇ ਹਾਂ, ਬਹੁਤ ਕੀਰਤਨ ਕੀਤਾ, ਹੁਣ ਵੀ ਕਰਦੇ ਹਾਂ। ਸੰਗਤ ਪਿਆਰ ਨਾਲ ਬੁਲਾਉਂਦੀ, ਜਾਈਦਾ। ਮੁਕੱਦਸ ਕੰਮ ਹੈ, ਪਵਿੱਤਰ ਕਾਰਜ ਹੈ ਸੰਗਤ 'ਚ ਬੈਠ ਕੇ ਕੀਰਤਨ ਕਰਨਾ, ਬਾਣੀ ਪੜ੍ਹਨੀ। ਲੇਕਿਨ ਉਹ ਪਹਿਲਾਂ ਆਪ ਵੀ ਤੇ ਅਮਲ ਕਰ ਲਈਏ ਉਹਦੇ ਤੇ, ਪਹਿਲਾਂ ਉਹ ਹੁਕਮ ਨੂੰ ਆਪ ਵੀ ਤੇ ਵਜਾ ਲਈਏ, ਫਿਰ ਤਾਂ ਹੀ ਕੀਰਤਨ ਸ਼ੋਭੇਗਾ।
ਸੋ ਬੈਸਨੋ, ਇਹ ਆਪਾਂ ਸ਼ਬਦ ਲੈ ਕੇ ਅੱਗੇ ਕਦੇ ਆਏਗਾ ਕੋਈ ਟੌਪਿਕ ਤੇ ਆਪਾਂ ਉੱਥੇ ਜ਼ਰੂਰ ਇਹਨੂੰ ਡਿਸਕਸ ਕਰਾਂਗੇ। ਬੈਸਨੋ ਹੈ ਭਗਤ। ਕਿਸੇ ਵੈਜੀਟੇਰੀਅਨ ਨॉन ਵੈਜੀਟੇਰੀਅਨ ਦਾ ਰੌਲਾ ਨਹੀਂ ਹੈ। ਹਾਂ, ਉਹ ਦੁਨਿਆਵੀ ਗੱਲ ਜ਼ਰੂਰ ਹੈ, ਲੇਕਿਨ ਸੋ ਬੈਸਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਬਿਕਾਰ। ਜਿਹੜੇ ਬੇਕਾਰ ਕੰਮ ਹੈ, ਜਿਨ੍ਹਾਂ ਨੂੰ ਫਲ ਹੀ ਨਹੀਂ ਲੱਗਣਾ, ਉਹ ਜਿਹੜਾ ਬੰਦਾ ਤਿਆਗ ਕੇ ਭਗਤ ਬਣ ਜਾਂਦਾ ਹੈ ਉਸ ਇੱਕ ਅਕਾਲ ਪੁਰਖ ਦਾ, ਇੱਕ ਅਕਾਲ ਪੁਰਖ ਤੇ ਜਿਹਦਾ ਭਰੋਸਾ ਹੈ, ਪ੍ਰਤੀਤ ਹੈ, ਇੱਕ ਅਕਾਲ ਪੁਰਖ ਨੂੰ ਮੰਨਦਾ ਹੈ, ਇੱਕ ਅਕਾਲ ਪੁਰਖ ਨਾਲ ਉਹਦੀ ਕਮਿਟਮੈਂਟ ਹੈ, ਔਰ ਇੱਕ ਅਕਾਲ ਪੁਰਖ ਦਾ ਉਹ ਨਾਮ ਅਭਿਆਸ ਕਰ ਰਿਹਾ, ਉਹ ਹੈ ਵੈਸ਼ਨੋ। ਸੋ ਹੁਣ ਸਾਡਾ ਜਿਹੜਾ ਵਿਸ਼ਾ ਹੈ ਅੱਜ ਗਾਉਣ ਦਾ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਉਣਾ ਹੈ ਹੀ ਬੰਦਗੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਗਾਉਣਾ ਹੈ ਹੀ ਨਾਮ ਦਾ ਅਭਿਆਸ ਹੈ। ਥੋੜ੍ਹਾ ਜਿਹਾ ਉੱਚੀ ਧੁਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹੀ ਗਾਉਣਾ ਹੈ। ਔਰ ਉੱਚੀ ਧੁਨ ਨਾਲ ਤਾਂ ਕਿਹਾ ਕਿ ਉਹ ਸਾਡੇ ਕੰਨਾਂ ਨੂੰ ਆਵਾਜ਼ ਸੁਣੇ ਔਰ ਅਸੀਂ ਉਸ ਧੁਨ ਦੇ ਵਿੱਚ ਆਪਣਾ ਧਿਆਨ ਲਾਈਏ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਸੋ ਗਾਉਣਾ ਕੇਵਲ ਤੇ ਕੇਵਲ ਨਾਮ ਜਪਣ ਦੀ ਗੱਲ ਹੈ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਅੱਗੇ ਕਿਹਾ ਜੀ ਗੁਰਮੁਖ ਜਪੀਐ ਲਾਏ ਧਿਆਨਾ, ਧਿਆਨ। ਸੋ ਬਾਕੀ ਸਭ ਠਾਠਾ ਬਾਗਾ ਹੀ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹਨੂੰ ਗੀਤ ਸਮਝ ਕੇ ਮੋਸਟਲੀ ਲੋਕ ਇਹਨੂੰ ਗਾਉਂਦੇ ਹੈ, ਇਹਨੂੰ ਬ੍ਰਹਮ ਗਿਆਨ ਸਮਝ ਕੇ ਨਹੀਂ ਗਾਉਂਦੇ। ਜੇ ਬ੍ਰਹਮ ਗਿਆਨ ਸਮਝ ਕੇ ਗਾਉਂਦੇ ਹੋਣ ਤੇ ਅਮਲ ਹੋਵੇ। ਇੰਨੇ ਝਮੇਲਿਆਂ 'ਚ, ਇੰਨੇ ਵਹਿਮਾਂ ਭਰਮਾਂ 'ਚ, ਕਰਮ ਕਾਂਡਾਂ 'ਚ ਸਾਡੇ ਲੋਕ ਨਾ ਫਸੇ ਹੋਣ। ਸੋ ਇਹ ਜਿਹੜਾ ਲਫ਼ਜ਼ ਹੈ ਨਾ ਕੀਰਤਨ ਦਰਬਾਰ, ਇਹ ਲਫ਼ਜ਼ ਜਾਂ ਰਹਿਣ ਸਬਾਈ ਕੀਰਤਨ, ਇਹ ਲਫ਼ਜ਼ ਤਕਰੀਬਨ 70-80 ਸਾਲਾਂ ਤੋਂ ਪਿੱਛੇ ਇਹ ਸ਼ੁਰੂ ਹੋਏ ਨੇ। 50 ਤੋਂ ਲੈ ਕੇ 70 ਸਾਲਾਂ ਦੇ ਵਿੱਚ ਇਹ ਲਫ਼ਜ਼ ਸ਼ੁਰੂ ਹੋਏ ਨੇ। ਇੱਕ ਕਹਿੰਦੇ ਗੁਣ ਦੀ ਸਾਂਝ ਕਰਨੀ ਚਾਹੀਦੀ ਹੈ। ਉੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਨਹੀਂ ਕਿਹਾ ਜਾਂਦਾ। ਅੱਜ ਵੀ ਪਤਾ ਕਰ ਲਓ, ਉੱਥੇ ਕਿਹਾ ਜਾਂਦਾ ਸ਼ਬਦ ਚੌਂਕੀ, ਬਿਲਾਵਲ ਦੀ ਚੌਂਕੀ, ਦੁਪਹਿਰੇ ਦੀ ਚੌਂਕੀ। ਉਹਨਾਂ ਦੇ ਵੱਖਰੇ ਵੱਖਰੇ ਨਾਮ ਨੇ, ਕੋਈ ਵੀ ਪਤਾ ਕਰ ਸਕਦਾ, ਕਈਆਂ ਨੂੰ ਪਤਾ ਵੀ ਹੋਣਾ। ਸੋ ਇਹ ਪੁਰਾਤਨ ਜਿਹੜੇ ਬੋਲੇ ਨੇ, ਪੁਰਾਤਨ ਬੋਲੇ ਨੇ, ਇਹ ਸਭ ਸਾਨੂੰ ਸੰਭਾਲਣੇ ਪੈਣੇ ਆ। ਇਹ ਜੇ ਨਹੀਂ ਸੰਭਾਲਾਂਗੇ ਅਰਥਾਂ ਦੇ ਅਨਰਥ ਹੋਈ ਜਾਣੇ ਆ, ਔਰ ਅਸੀਂ ਅਣਭੋਲ ਬਣ ਕੇ ਉਸੇ ਤਰ੍ਹਾਂ ਅਸੀਂ ਇਹਨੂੰ ਅਡਾਪਟ ਕਰੀ ਜਾਣਾ। ਹਾਂਜੀ, ਸੋ ਗਾਵੈ ਕੋ ਤਾਣ ਹੋਵੈ ਕਿਸੇ ਤਾਣ, ਇਹ ਕੀ ਹੈ? ਤਾਣ ਦੇਣਾ ਨੇ ਇਹਨੂੰ ਔਂਕੜ ਹੈ। ਇੱਥੇ ਜਿਹੜਾ ਤਾਣ ਲਫ਼ਜ਼ ਆ ਰਿਹਾ, ਤਾਣ, ਉਹ ਹੈ ਪ੍ਰਤੀਤ, ਭਰੋਸਾ। ਕੋਈ ਵੀ ਜੀਵ ਪ੍ਰਭੂ ਤੇ ਭਰੋਸਾ ਪ੍ਰਤੀਤ ਕਰਕੇ ਹੀ ਗੁਰ ਪ੍ਰਸਾਦ ਦੇ ਨਾਲ ਬੰਦਗੀ ਕਰਦਾ ਹੈ। ਗਾਵੈ ਕੋ ਤਾਣ ਹੋਵੈ ਕਿਸੇ ਤਾਣ। ਪਰ ਐਸਾ ਕੋਈ ਵਿਰਲਾ ਹੀ ਹੈ। ਹੋਵੈ ਕਿਸੇ ਤਾਣ, ਗਾਵੈ ਕੋ ਤਾਣ ਹੋਵੈ ਕਿਸੇ ਤਾਣ। ਇਹ ਬੜੀ ਡੂੰਘੀ ਬਾਣੀ ਹੈ। ਇਹਨੂੰ ਬੜੇ ਧਿਆਨ ਦੇ ਨਾਲ, ਇੱਦਾਂ ਨਹੀਂ ਵੀ ਇੱਕ ਲਾਈਨ ਲਿਖਦੀ ਹੈ ਜਿਸ ਕਿਸੇ ਮਨੁੱਖ ਨੂੰ ਸਮਰੱਥਾ ਹੁੰਦੀ ਹੈ ਉਹ ਰੱਬ ਦੇ ਤਾਣ ਨੂੰ ਗਾਉਂਦਾ। ਕੀ ਗੱਲ ਬਣੀ ਬਈ? ਇਹ ਵਿਚਾਰਿਆ ਹੀ ਨਹੀਂ ਕਿਸੇ ਨੇ। ਹੁਣ ਆ ਕੇ ਅਸੀਂ ਪਹਿਲਾਂ ਮੈਂ ਆਪਣਾ ਵੀ ਦੱਸਦਾ ਆ ਰਿਹਾ, ਅਸੀਂ ਆਪ ਖੁਦ ਇਹ ਕੰਮ ਸਾਰੇ ਕਰਦੇ ਰਹੇ ਹਾਂ। ਲੱਗੇ ਹੀ ਨਹੀਂ ਕਦੇ ਇਸ ਪਾਸੇ। ਹੁਣ ਆ ਕੇ 20-25 ਸਾਲ 'ਚ ਮਿਹਨਤ ਹੋਈ ਹੈ ਗੁਰਸਿੱਖਾਂ ਦੇ ਜਿਹੜੇ ਆ ਨਾਮ ਅਭਿਆਸੀ ਸੱਜਣਾ ਦੇ
ਨਾਲ ਸੰਜੋਗ ਹੋਏ ਨੇ, ਮਿਲੇ ਨੇ, ਔਰ ਸ਼ਬਦ ਦੀ ਸਾਂਝ ਪਾ ਪਾ ਕੇ, ਗਿਆਨ ਦੀ ਸਾਂਝ ਪਾ ਪਾ ਕੇ, ਉਹਨਾਂ ਤੋਂ ਸਿੱਖ ਕੇ ਆਪ ਇਸ ਪਾਸੇ ਲੱਗੇ, ਸੁਖੀ ਹੋ ਗਏ ਉਦੋਂ ਦੇ। ਆਈ ਟੈਲ ਯੂ ਇਨ ਸਿੰਪਲ ਵਰਡਸ, ਕੋਈ ਵੀ ਜੀਵ ਅਕਾਲ ਪੁਰਖ ਤੇ ਭਰੋਸਾ ਪ੍ਰਤੀਤ ਰੱਖ ਕੇ ਗੁਰਪ੍ਰਸਾਦ ਦੇ ਜ਼ਰੀਏ ਬੰਦਗੀ ਕਰਦਾ ਹੈ, ਪਰ ਐਸਾ ਕੋਈ ਵਿਰਲਾ ਹੀ ਹੈ। ਹੋਵੇ ਕਿਸੇ ਤਾਣ, ਇਹ ਜਿਹੜਾ ਭਰੋਸਾ ਹੈ ਕਿਸੇ ਵਿਰਲੇ ਦਾ ਹੀ ਵੱਜਦਾ, ਕਿਉਂਕਿ ਨਜ਼ਰ ਨਹੀਂ ਆਉਂਦਾ। ਅਲੂਣੀ ਸਿੱਲ ਚੱਟਣੀ ਕੁਝ ਸੌਖੀ ਖੇਡ ਥੋੜੀ ਹੈ। ਹਾਂ, ਨਜ਼ਰ ਸਾਨੂੰ ਕੌਣ ਆਉਂਦੇ ਆ? ਜਿਹੜੇ ਚਿੱਟੇ ਕੱਪੜਿਆਂ ਵਾਲੇ ਸਾਨੂੰ ਨਜ਼ਰ ਆ ਜਾਂਦੇ ਆ, ਔਰ ਅਸੀਂ ਸੋਚਦੇ ਹਾਂ ਵੀ ਗੱਲ ਬਣ ਗਈ। ਕਿ ਉਹ ਬਾਬੇ ਨਾਨਕ ਨੇ ਇੱਕ ਥਾਂ ਤੇ ਕਹਿੰਦੇ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਕੋਈ ਚਿੰਤਾ ਦੀ ਗੱਲ ਨਹੀਂ ਹੈ, ਇਹ ਉਦੋਂ ਵੀ ਸੀ, ਹੁਣ ਵੀ ਹੈਗੇ ਆ, ਔਰ ਇਹ ਗਾਂ ਵੀ ਰਹਿਣੇ ਆ। ਕਹਿੰਦੇ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ, ਦੂਜੇ ਵਿਆਪੇ ਚੋਰ ਜੀਓ। ਕੰਮ ਹੀ ਨਹੀਂ ਕਰਦੇ। ਇਕੋਨਮੀ ਦੇ ਵਿੱਚ, ਕੰਟਰੀ ਦੇ ਵਧਣ ਫੁੱਲਣ ਦੇ ਵਿੱਚ ਉਹਨਾਂ ਦਾ ਕੋਈ ਯੋਗਦਾਨ ਹੀ ਨਹੀਂ ਹੈ। ਉਹ ਲੋਕਾਂ ਤੇ ਦਾਨ ਦੇ ਉੱਤੇ ਹੀ ਆਪਣਾ ਸਾਰਾ ਜੀਵਨ ਕੱਢਦੇ ਆ, ਔਰ ਲਗਜ਼ਰੀ ਜੀਵਨ ਕੱਢਦੇ ਆ। ਖੈਰ, ਆਪਣਾ ਇਹ ਵਿਸ਼ਾ ਨਹੀਂ, ਆਪਾਂ ਇੱਧਰ ਆਉਣਾ ਨਹੀਂ। ਆਪਾਂ ਇਹ ਫੈਸਲਾ ਕਰ ਲਿਆ, ਆਪਾਂ ਸਿਰਫ ਗੁਰਬਾਣੀ ਦੀ ਟੇਕ ਰੱਖਣੀ ਹੈ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਅੱਗੇ ਚਲੀਏ। ਗਾਵੇ ਕੋ ਦਾਤ, ਜਾਣੇ ਨਿਸ਼ਾਨ। ਅੱਛਾ, ਇਹ ਪ੍ਰਤੀਤ ਭਰੋਸਾ ਰੱਖ ਕੇ ਗੁਰਪ੍ਰਸਾਦ ਦੇ ਜ਼ਰੀਏ ਜੋ ਕੋਈ ਵੀ ਬੰਦਗੀ ਕਰਦਾ ਹੈ, ਉਸ ਨੂੰ ਅਕਾਲ ਪੁਰਖ ਦੇ ਨਾਮ ਦੀ ਦਾਤ ਦਾ ਅਹਿਸਾਸ ਹੁੰਦਾ ਹੈ। ਗਾਵੇ ਕੋ ਦਾਤੇ, ਜਾਣੇ ਨਿਸ਼ਾਨ। ਔਰ ਇਹ ਹੀ ਅਕਾਲ ਪੁਰਖ ਦੀ ਬਖਸ਼ਿਸ਼ ਦਾ ਪ੍ਰਤੀਕ ਹੈ। ਅਕਾਲ ਪੁਰਖ ਦੇ ਨਾਮ ਦਾ ਅਹਿਸਾਸ ਹੋਣਾ ਹੀ ਨਿਸ਼ਾਨ ਹੈ, ਉਸ ਪ੍ਰਭੂ ਦੀ ਬਖਸ਼ਿਸ਼ ਦਾ ਪ੍ਰਤੀਕ ਹੈ ਨਿਸ਼ਾਨ। ਠੀਕ ਹੈ ਜੀ। ਦੋ ਲਾਈਨਾਂ ਇੱਕ ਵਾਰ ਮੈਂ ਫਿਰ ਰਿਪੀਟ ਕਰਦਾ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਕੋਈ ਵੀ ਜੀਵ ਅਕਾਲ ਪੁਰਖ ਤੇ ਭਰੋਸਾ ਪ੍ਰਤੀਤ ਕਰਕੇ ਹੀ ਗੁਰਪ੍ਰਸਾਦ ਦੇ ਨਾਲ ਬੰਦਗੀ ਕਰਦਾ ਹੈ, ਪਰ ਅਜਿਹਾ ਕੋਈ ਵਿਰਲਾ ਹੀ ਹੈ। ਗਾਵੇ ਕੋ ਦਾਤ, ਜਾਣੇ ਨਿਸ਼ਾਨ। ਜੋ ਕੋਈ ਵੀ ਪ੍ਰਤੀਤ ਭਰੋਸਾ ਕਰਕੇ ਬੰਦਗੀ ਕਰਦਾ ਹੈ, ਉਸ ਨੂੰ ਅਕਾਲ ਪੁਰਖ ਦੇ ਨਾਮ ਦੀ ਦਾਤ ਦਾ ਅਹਿਸਾਸ ਹੁੰਦਾ ਹੈ, ਅਤੇ ਇਹੋ ਹੀ ਪ੍ਰਭੂ ਦੀ ਬਖਸ਼ਿਸ਼ ਦਾ ਪ੍ਰਤੀਕ ਹੈ। ਗੱਲ ਖਤਮ। ਸਿੰਪਲ। ਗਾਵੇ ਕੋ ਗੁਣ ਵਡਿਆਈਆਂ ਚਾਰ। ਗਾਵੇ ਕੋ ਗੁਣ ਵਡਿਆਈਆਂ ਚਾਰ। ਜੋ ਕੋਈ ਵੀ ਬੰਦਗੀ ਕਰਦਾ ਹੈ, ਗਾਵੇ ਹੈ ਹੀ ਬੰਦਗੀ ਹੈ। ਗਾਉਣਾ ਹੈ ਹੀ ਬੰਦਗੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ। ਜਿੱਥੇ ਕਿਤੇ ਮਰਜੀ ਗਾਉਣ ਦਾ ਲਾ ਲਓ, ਕਿਤੇ ਜੋ ਇਸ ਵੇਲੇ ਜਿਸ ਚੀਜ਼ ਨੂੰ ਅਸੀਂ ਗਾ ਵਜਾ ਸਾਰਾ ਕੁਝ ਸਮਝੀ ਬੈਠੇ ਹਾਂ, ਉਹ ਹੈ ਹੀ ਨਾਮ ਹੈ। ਉਹ ਹੋਰ ਕੋਈ ਨਹੀਂ ਹੈ, ਹੋਰ ਕੁਛ ਨਹੀਂ ਹੈ। ਜੇ ਕਰੋਗੇ ਤੇ ਉਹ ਵਿਅਰਥ ਹੈ। ਸ਼ਬਦ ਨੇ ਸਾਡੇ ਕੋਲ, ਏਕੋ ਸਿਮਰ ਨਾ ਦੂਜਾ ਭਾਓ, ਸੰਤ ਸੰਗ ਜਪ ਕੇਵਲ ਨਾਉ। ਜਪੋ ਤਾਂ ਏਕੋ ਨਾਮਾ, ਮਹੱਲਾ ਪਹਿਲਾ। ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਗਾਵੇ ਕੋ ਗੁਣ ਵਡਿਆਈਆਂ ਚਾਰ। ਜੋ ਕੋਈ ਵੀ ਬੰਦਗੀ, ਇਬਾਦਤ, ਭਜਨ ਕਰਦਾ ਹੈ, ਉਸ ਦਾ
ਭਗਤੀ ਕਰਨ ਵਾਲਾ ਹੀ ਆਚਾਰ ਬਣ ਜਾਂਦਾ ਹੈ, ਉਸ ਦਾ ਲਾਈਫ ਸਟਾਈਲ ਹੀ ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਉਹ ਉਸ ਦੀ ਰੋਜ਼ਮर्रा ਦੀ ਐਕਟੀਵਿਟੀ ਦਾ ਹਿੱਸਾ ਬਣ ਜਾਂਦਾ ਹੈ। ਹਾਂ, ਮੁਸ਼ੱਕਤ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ। गावे को विद्या विखम विचार, विद्या एजुकेशन आ गई। गावे को विद्या विखम विचार, हाँ किसे विरले नाम अभ्यासी नूं ਇਹ ਔਖੀ ਬੰਦਗੀ ਕਰਨ ਦੀ ਵਿਦਿਆ ਸੋਝੀ ਆਉਂਦੀ ਹੈ। ਵਿਖਮ ਵਿਚਾਰ, ਇਹ ਭਗਤੀ ਦੇ ਨਾਲ ਹੀ ਹੋਣਾ। ਕੋਈ ਇਹ ਐਜੂਕੇਸ਼ਨ ਔਰ ਕੁਆਲੀਫਿਕੇਸ਼ਨ ਦੇ ਵਿੱਚ ਅਸੀਂ ਇਹਦੇ ਚੰਗੀ ਤਰ੍ਹਾਂ ਇਹਦੇ ਪਰਖੱਚੇ ਡਾ ਕੇ ਆਏ ਹਾਂ ਲਫ਼ਜ਼ ਦੇ। ਕੁਆਲੀਫਿਕੇਸ਼ਨ ਜਿਹੜੀ ਆ ਦੁਨਿਆਵੀ ਪੜ੍ਹਾਈ ਹੈ, ਯੂਨੀਵਰਸਿਟੀਆਂ ਸਕੂਲਾਂ ਕਾਲਜਾਂ ਦੇ ਵਿੱਚ ਸਰਟੀਫਿਕੇਟ ਇਕੱਠੇ ਕਰਨੇ, ਦੈਟ ਇਜ਼ ਕਾਲਡ ਕੁਆਲੀਫਿਕੇਸ਼ਨ। ਐਜੂਕੇਸ਼ਨ ਜਿਹੜੀ ਭਗਤ ਕਬੀਰ ਨੇ ਲਈ ਹੈ, ਬ੍ਰਹਮ ਗਿਆਨ ਸਿੱਖਿਆ, ਔਰ ਉਸੇ ਤਰ੍ਹਾਂ ਜਿਹੜੀ ਇੱਕ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੱਕ ਕੋਈ ਫਰਜ਼ ਕਰ ਲਓ, ਫੋਰ ਐਗਜ਼ਾਮਪਲ ਮੈਂ ਕਹਿ ਰਿਹਾ ਕਿ ਇੱਕ ਸੁਆਣੀ ਹੋਏ ਚੰਗੀ, ਔਰ ਉਹਨੂੰ ਕੋਈ ਉਹਦੇ ਕੋਲ ਐਜੂਕੇਸ਼ਨ ਨਾ ਹੋਏ, ਪਰ ਉਹ ਘਰ ਦਾ ਪਰਿਵਾਰ ਦਾ ਇੰਨੇ ਚੰਗੇ ਢੰਗ ਨਾਲ ਖਿਆਲ ਰੱਖਦੇ ਆ ਕਿ ਇਹ ਕਈ ਵਾਰੀ ਕੋਈ ਲੜਾਈ ਝਗੜਾ ਜਾਂ ਕੋਈ ਘਰ 'ਚ ਵੀ ਪਰਿਵਾਰ 'ਚ ਪ੍ਰੋਬਲਮ ਆ ਜਾਂਦੀ ਹੈ, ਬੜੇ ਚੰਗੇ ਢੰਗ ਨਾਲ ਉਹ ਸੁਲਝਾ ਲੈਂਦੀਆਂ ਨੇ ਬੀਬੀਆਂ। ਇਹ ਹੈ ਐਜੂਕੇਸ਼ਨ, ਵੀ ਸਿੱਖਿਆ। ਲਾਈਫ ਤੋਂ ਪਰਿਵਾਰਾਂ ਦੇ ਵਿੱਚ ਰਹਿ ਕੇ, ਪਿੰਡਾਂ ਦੇ ਵਿੱਚ ਰਹਿ ਕੇ, ਵਿਚਰ ਕੇ ਕੀ ਸਿੱਖਿਆ, ਇਹ ਦੈਟ ਇਜ਼ ਕਾਲਡ ਐਜੂਕੇਸ਼ਨ। ਭਗਤ ਨਾਮਦੇਵ ਨੇ ਜਿਹੜੀ ਬ੍ਰਹਮ ਗਿਆਨ ਹਾਸਲ ਕੀਤਾ, ਇਹ ਹੈ ਐਜੂਕੇਸ਼ਨ, ਵਿਦਿਆ। ਇਹ ਕੁਆਲੀਫਿਕੇਸ਼ਨ ਨਹੀਂ ਹੈ, ਇਹ ਹੈ ਵਿਦਿਆ। ਸਾਡਾ ਆਚਾਰ ਕਿੱਦਾਂ ਦਾ ਹੈ, ਇਹ ਵਿਦਿਆ ਦੇ ਨਾਲ ਹੀ ਹੋਣਾ। ਹਾਂ, ਪੜ੍ਹੇ ਲਿਖੇ ਬੰਦੇ ਨੂੰ ਕੁਛ ਦੁਨਿਆਵੀ ਗੱਲਾਂ ਦੀ ਸੋਝੀ ਆਏਗੀ ਵੀ ਮੈਂ ਚਾਹ ਕਿੱਦਾਂ ਪੀਣੀ ਹੈ, ਮੈਂ ਖਾਣਾ ਕਿੱਦਾਂ ਖਾਣਾ, ਮੈਂ ਚਾਰ ਲੋਕਾਂ 'ਚ ਬਹਿ ਕੇ ਗੱਲ ਕਿੱਦਾਂ ਕਰਨੀ ਹੈ, ਇਹ ਸੋਝੀ ਜ਼ਰੂਰ ਆ ਜਾਏਗੀ। ਬੜਾ ਬਰੀਕ ਵਿਸ਼ਾ ਹੈ, ਔਰ ਬੜੇ ਧਿਆਨ ਦੇ ਨਾਲ ਇਹਨੂੰ ਅਸੀਂ ਪੜ੍ਹ ਕੇ ਅੱਗੇ ਚੱਲਣਾ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ, ਜੋ ਕੋਈ ਵੀ ਬੰਦਗੀ ਕਰਦਾ ਹੈ ਉਸ ਦਾ ਭਗਤੀ ਵਾਲਾ ਆਚਾਰ, ਭਗਤੀ ਵਾਲਾ ਲਾਈਫ ਸਟਾਈਲ ਬਣ ਜਾਂਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਿਸੇ ਵਿਰਲੇ ਨਾਮ ਅਭਿਆਸੀ ਨੂੰ ਗਾਵੇ ਕੋ ਮੈਨੇ ਵਿਰਲਾ, ਕੋਈ ਕਿਸੇ ਵਿਰਲੇ ਨਾਮ ਅਭਿਆਸੀ ਨੂੰ ਇਹ ਔਖੀ ਬੰਦਗੀ ਕਰਨ ਦੀ ਸੋਝੀ ਆਉਂਦੀ ਹੈ, ਵਿਦਿਆ। ਅੱਗੇ ਚਲਿਏ ਜੀ। ਗਾਵੇ ਕੋ ਸਾਜ करे तन खे, साज, इस लफज नूं समझ लियो। साजना, किसी चीज़ की साजना करनी। हुण साज दे विच तीन लफज ने, इन्हां नूं याद रखियो। जिथे भी किते साज दा लफज आएगा, ये तीन लफज तुहाडी हैल्प करनगे। भन्नण, घड़न, समरथ। गावे को साज करे तन खे, जो कालपुरख, जो प्रभु, जो परमात्मा भन्नण घड़न समरथ है, उसे दी ही भगती करनी है, पर कोई विरला ही करदा। गावे को विद्या विखम विचार, गावे को जी लै फिर दे,
ਜੋ ਪ੍ਰਭੂ ਪ੍ਰਾਣ ਦਿੰਦਾ ਹੈ, ਜੀਵਨ ਦਿੰਦਾ ਤੇ ਲੈਂਦਾ ਹੈ, ਉਸ ਦੀ ਇਬਾਦਤ ਕਰਨੀ ਹੈ, ਪਰ ਕੋਈ ਵਿਰਲਾ ਕਰੇਗਾ। ਗਾਵੇ ਕੋ ਸਾਜ ਕਰੇ ਤਨ ਖੇ, ਜੋ ਪ੍ਰਭੂ ਭੰਨਣ ਘੜਨ ਸਮਰੱਥ ਹੈ, ਉਸੇ ਦੀ ਇਬਾਦਤ ਕਰਨੀ ਹੈ, ਪਰ ਕੋਈ ਵਿਰਲਾ ਹੀ ਕਰਦਾ ਹੈ। ਗਾਵੇ ਕੋ ਜੀ ਲੈ ਫਿਰ ਦੇ, ਜੋ ਪ੍ਰਭੂ ਪ੍ਰਾਣ ਦਿੰਦਾ ਤੇ ਲੈਂਦਾ ਹੈ, ਉਸੇ ਦੀ ਇਬਾਦਤ ਕਰਨੀ ਹੈ, ਪਰ ਕੋਈ ਵਿਰਲਾ ਹੀ ਕਰੇਗਾ। ਅੱਗੇ ਚਲੀਏ ਜੀ। ਗਾਵੇ ਕੋ ਜਾਪੈ ਦਿਸੈ ਦੂਰ। ਹੁਣ ਜੋ ਬੰਦਗੀ ਕਰ ਰਿਹਾ ਹੈ, ਅਜੇ ਉਸ ਨੂੰ ਪ੍ਰਭੂ ਦੀ ਨੇੜਤਾ ਨਜ਼ਰ ਨਹੀਂ ਆਈ। ਗਾਵੇ ਕੋ, ਕੋਈ ਵਿਰਲਾ ਭਗਤੀ ਤੇ ਕਰ ਰਿਹਾ, ਜਾਪੈ ਦਿਸੈ ਦੂਰ, ਪਰ ਅਜੇ ਉਹਨੂੰ ਨੇੜਤਾ ਦਾ ਅਹਿਸਾਸ ਨਹੀਂ ਹੋਇਆ। ਗਾਵੇ ਕੋ ਵੇਖੈ ਹਾਦਰਾ ਹਦੂਰ, ਪਰ ਹਾਂ ਜੇ ਉਹੀ ਅਭਿਆਸੀ ਮਿਹਨਤ ਕਰੀ ਜਾ ਰਿਹਾ ਹੈ, ਕਰੀ ਜਾ ਰਿਹਾ ਹੈ, ਕਰੀ ਜਾ ਰਿਹਾ, ਮੁਸ਼ੱਕਤ ਕਰੀ ਜਾ ਰਿਹਾ, ਕਰੀ ਜਾ ਰਿਹਾ, ਨਾਮ ਜਪੀ ਜਾ ਰਿਹਾ, ਉਸ ਨੂੰ ਅੰਦਰੋਂ ਹੀ ਅਕਾਲ ਪੁਰਖ ਦੀ ਨੇੜਤਾ ਮਹਿਸੂਸ ਹੋਣੀ ਆਰੰਭ ਹੋ ਜਾਂਦੀ ਹੈ। ਹਾਦਰਾ ਹਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਉਹਨੂੰ ਅੰਦਰੋਂ ਹੀ ਉਸ ਅਕਾਲ ਪੁਰਖ ਦੀ ਨੇੜਤਾ ਦਾ ਅਹਿਸਾਸ ਹੋ ਜਾਂਦਾ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਹਲੇ ਮਿਹਨਤ ਕਰ ਰਹੇ ਨੇ, ਲੇਕਿਨ ਅਕਾਲ ਪੁਰਖ ਦੀ ਨੇੜਤਾ ਦਾ ਅਹਿਸਾਸ ਨਹੀਂ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ, ਮਿਹਨਤ ਕਰਦੇ ਕਰਦੇ, ਨਾਮ ਜਪਦੇ ਜਪਦੇ ਐਸੀ ਅਵਸਥਾ, ਐਸੀ ਸਟੇਟ ਆਫ ਮਾਈਂਡ ਆ ਜਾਂਦੀ ਹੈ ਕਿ ਉਹ ਅਭਿਆਸੀ ਅੰਦਰੋਂ ਹੀ ਅਕਾਲ ਪੁਰਖ ਨੂੰ ਮਹਿਸੂਸ ਕਰ ਲੈਂਦਾ ਹੈ। ਵੇਖਿਆ ਲਫ਼ਜ਼ ਜ਼ਰੂਰ ਹੈ, ਲੇਕਿਨ ਬਾਹਰੋਂ ਪਰਮਾਤਮਾ ਕੋਈ ਫਿਜ਼ੀਕਲ ਤੇ ਹੈ ਹੀ ਨਹੀਂ ਨਾ ਕੋਈ। ਸੋ ਵੇਖਿਆ ਇਹ ਲਫ਼ਜ਼ ਆਉਣਗੇ ਅੱਗੇ, ਇਹਨਾਂ ਨੂੰ ਇਹ ਖੁੱਲ੍ਹਣਗੇ ਜਾ ਕੇ। ਅਜੇ ਇਹਨੂੰ ਬਿਲਕੁਲ ਬੜੇ ਧਿਆਨ ਨਾਲ ਇਹਦੀ ਆਪਾਂ ਵਿਚਾਰ ਕਰਨੀ ਹੈ। ਡਿੱਠਣਾ, ਪੇਖਣਾ, ਇਹ ਸਾਰੇ ਅੰਦਰ ਦੇ ਲਫ਼ਜ਼, ਅੰਦਰੋਂ ਹਾਜ਼ਰਾ ਹਦੂਰ, ਇਹਨੂੰ ਇਹ ਕਹਿੰਦੇ ਸਭ ਥਾਂ ਹੀ ਹਾਜ਼ਰ ਹੈ, ਸਭ ਨੂੰ ਵੇਖ ਰਿਹਾ। ਉਹ ਇਹਨੂੰ ਇਹ ਭਗਤੀ ਕਰਕੇ ਹੀ ਗੁਰਬਾਣੀ ਖੁੱਲ੍ਹਦੀ ਹੈ। ਅਦਰਵਾਈਜ਼ ਅਸੀਂ ਟਪਲਾ ਖਾ ਜਾਵਾਂਗੇ। ਇਹ ਤੁਹਾਨੂੰ ਵੀ ਕਰਨੀ ਪੈਣੀ ਹੈ ਭਗਤੀ। ਜੇ ਇਹ ਅਹਿਸਾਸ ਕਰਨਾ ਹੈ ਅਕਾਲ ਪੁਰਖ ਦਾ, ਭਰੋਸੇ ਦੀ ਗੱਲ ਆਪਾਂ ਕਰਦੇ ਆ ਰਹੇ ਹਾਂ, ਪ੍ਰਤੀਤ ਦੀ ਗੱਲ ਕਰਦੇ ਆ ਰਹੇ ਹਾਂ, ਇਹ ਤੁਹਾਨੂੰ ਵੀ ਭਰੋਸਾ ਕਰਨਾ ਪੈਣਾ, ਤੁਹਾਨੂੰ ਵੀ ਪਿਆਰ ਪਰਮਾਤਮਾ ਦੇ ਨਾਲ ਪਾਉਣਾ ਪੈਣਾ, ਤਾਂ ਇਹ ਚੀਜ਼ਾਂ ਅੰਦਰ ਘਰ ਕਰਨਗੀਆਂ। ਤਾਂ ਲਿਖਿਆ ਗਾਵੇ ਕੋ ਜਾਪਿਆ ਦਿਸੇ ਦੂਰ। ਜਿਹੜੇ ਮਿਹਨਤ ਕਰਨੀ ਆਰੰਭ ਕਰ ਦਿੰਦੇ ਹੈ, ਉਹ ਮਿਹਨਤ ਤੇ ਕਰ ਰਹੇ ਆ, ਨਾਮ ਜ਼ਰੂਰ ਜਪ ਰਹੇ ਆ, ਪਰ ਹਲੇ ਅਕਾਲ ਪੁਰਖ ਦੀ ਨੇੜਤਾ ਦਾ ਅਹਿਸਾਸ ਉਹਨਾਂ ਨੂੰ ਨਹੀਂ ਹੋਇਆ। ਗਾਵੇ ਕੋ ਵੇਖੈ ਹਾਦਰਾ ਹਦੂਰ, ਕੋਈ ਮਿਹਨਤ ਕਰਦੇ ਕਰਦੇ ਇੱਥੇ ਤੱਕ ਪਹੁੰਚ ਜਾਂਦੇ ਆ ਕਿ ਉਹਨਾਂ ਨੂੰ ਉਹਨਾਂ ਦੇ ਅੰਦਰੋਂ ਹੀ ਪਰਮਾਤਮਾ ਦੀ ਨੇੜਤਾ ਦਾ ਜਾਪਣਾ ਸ਼ੁਰੂ ਹੋ ਜਾਂਦਾ ਹੈ। ਸਿੰਪਲ। ਕਥਨਾ ਕਥੀ ਨ ਆਵੈ ਤੋਟ, ਕਥਨਾ ਕਥੀ ਨ ਆਵੈ ਤੋਟ। ਇਹਨੂੰ ਹੁਣ ਕਿੱਦਾਂ ਖੋਲੀਏ ਬਈ? ਇਹ ਕੀ ਗੱਲ ਹੋਈ? ਇਹ ਕੀ ਕਿੱਦਾਂ ਇਹਨੂੰ ਤੋਟ? ਔਰ ਇਹ ਵੀ ਸਿੰਪਲ ਹੈ। ਕਹਿੰਦੇ ਬੰਦਗੀ ਨਾ ਮੁੱਕਣ ਵਾਲਾ ਸਿਲਸਿਲਾ ਹੈ, ਇਹ ਅਟੁੱਟ ਕਿਰਿਆ ਹੈ। ਇਹ ਨਹੀਂ ਹੈ ਵੀ 5 ਦਿਨ ਕਰ ਲਈ ਤੇ ਵੀਕਐਂਡ ਤੇ ਛੁੱਟੀ ਕਰ ਲਈ। ਕਥਨਾ ਕਥੀ ਨਾ ਆਵੈ ਤੋਟ, ਕਥਨਾ ਕਥੀ, ਨਾਮ ਦਾ ਕਥਨਾ, ਕਥੀ ਜਾਣਾ, ਇਹਦੇ 'ਚ ਤੋਟ ਨਹੀਂ ਆਉਣੀ ਚਾਹੀਦੀ। ਇਹ ਨਾ ਮੁੱਕਣ ਵਾਲਾ ਸਿਲਸਿਲਾ ਹੈ। ਜਦੋਂ ਖਿਆਲ ਆਵੇ ਉਦੋਂ ਹੀ ਭਗਤੀ ਦੇ ਵਿੱਚ ਜੁਟ ਜਾਣਾ ਚਾਹੀਦਾ ਹੈ। ਮਹੱਲਾ ਪਹਿਲਾ ਪਤਾ ਕੀ ਕਹਿੰਦੇ ਆ?
ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਅਸੀਂ ਸੋਚੀ ਜਾਵਾਂਗੇ ਯਾਰ ਸਵੇਰੇ ਮੈਂ ਬੜਾ ਕਰਦਾ ਹੁੰਦਾ ਸੀ ਇੱਦਾਂ, ਜਦੋਂ ਮੈਂ ਕਾਲਜ ਪੜ੍ਹਦਾ ਸੀ, ਆਪ ਆਪਣਾ ਦੱਸ ਰਿਹਾ, ਮੈਂ ਕਹਿਣਾ ਯਾਰ ਪਾਰਦੀਪ ਸਿੰਘ ਸਵੇਰੇ 2 ਵਜੇ ਉੱਠਣਾ, ਉਹ ਜਾਗ ਜੂਗ ਹੋਣੀ ਨਾ 7-8 ਵਜੇ ਹੋਣੇ, ਜਦੋਂ ਨੂੰ ਮੈਂ ਉੱਠਣਾ ਤੇ ਉਹ ਲੰਘ ਜਾਣਾ, ਰੋਜ਼ ਹੀ ਇਹ ਕਿਰਿਆ ਹੋਣੀ। ਵਿੱਚ ਹੀ ਮੰਮੀ ਡੈਡੀ ਤੋਂ ਝਿੜਕਾਂ ਛਿੱਤਰ ਵੀ ਪੈ ਜਾਣੇ। ਪਰ ਇਹ ਜਦੋਂ ਪਤਾ ਲੱਗਿਆ ਉਦੋਂ ਅਕਾਲ ਪੁਰਖ ਨੇ ਆਪ ਹੀ ਬਖਸ਼ਿਸ਼ ਕਰਤੀ। ਕਥਨਾ ਕਥੀ ਨਾ ਆਵੇ ਤੋਟ, ਅਕਾਲ ਪੁਰਖ ਦੀ ਬੰਦਗੀ ਨਾ ਮੁੱਕਣ ਵਾਲਾ ਸਿਲਸਿਲਾ ਹੈ, ਅਟੁੱਟ ਕਿਰਿਆ ਹੈ। ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਹੀ ਜੀਵ ਭਗਤੀ ਕਰ ਰਹੇ ਨੇ। ਕਰੋੜਾਂ ਹੀ ਜੀਵ ਭਗਤੀ ਕਰ ਰਹੇ ਨੇ। ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਉਸ ਅਕਾਲ ਪੁਰਖ ਦੀਆਂ ਦਾਤਾਂ ਲੈ ਰਹੇ ਨੇ। ਪ੍ਰਭੂ ਦੇ ਰਿਹਾ ਹੈ ਨਿਰੰਤਰ, ਪਰ ਲੈਣ ਵਾਲੇ ਥੱਕ ਜਾਂਦੇ ਨੇ। ਜੁਗਾਂ ਜੁਗੰਤਰ ਖਾਹੀ ਖਾਹੇ, ਜੁਗਾਂ ਜੁਗੰਤਰਾਂ ਤੋਂ ਲੋਕ ਪ੍ਰਭੂ ਦੀਆਂ ਦਾਤਾਂ ਨੂੰ ਭੋਗ ਰਹੇ ਨੇ, ਲੈ ਲੈ ਕੇ ਖਾ ਰਹੇ ਨੇ, ਹੰਢਾ ਰਹੇ ਨੇ। ਹੁਕਮੀ ਹੁਕਮ ਚਲਾਏ ਰਾਹ, ਪਰਮਾਤਮਾ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਵਾਲੇ ਹੀ ਬੰਦਗੀ ਵਾਲੀ ਜ਼ਿੰਦਗੀ ਜਿਉਂਦੇ ਨੇ। ਹੁਕਮੇ ਹੁਕਮ ਚਲਾਏ ਰਾਹ, ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਵਾਲੇ ਹੀ ਬੰਦਗੀ ਵਾਲਾ ਜੀਵਨ ਜਿਉਂਦੇ ਨੇ। ਨਾਨਕ ਵਿਗਸੈ ਵੇ ਪਰਵਾਹ, ਪਰ ਅਕਾਲ ਪੁਰਖ ਆਪਣੀ ਮੌਜ ਵਿੱਚ ਹੈ, ਕਿਸੇ ਦੀ ਮੁਤਾਜੀ ਨਹੀਂ ਹੈ, ਕਿਸੇ ਦੀ ਪਰਵਾਹ ਨਹੀਂ ਹੈ। ਅਪਰੰਪਰ ਅਪਰੰਪਰ ਲਫ਼ਜ਼ ਬੜੀ ਵਾਰੀ ਆਏਗਾ ਗੁਰਬਾਣੀ 'ਚ, ਇਹ ਵੀ ਨਾਲ ਦੀ ਨਾਲ ਖੋਲਦੇ ਚੱਲੀਏ ਵੀ ਪਰੇ ਤੋਂ ਪਰੇ ਹੈ, ਡਿਕਸ਼ਨਰੀ ਮੀਨਿੰਗ ਆਪ ਫਲਾਣਾ ਦਿੱਤੇ ਹੈ। ਅਪਰੰਪਰ ਦਾ ਮਤਲਬ ਪਤਾ ਕੀ ਹੁੰਦਾ ਹੈ? ਉਹ ਜਿਹਨੂੰ ਕਿਸੇ ਦੀ ਸਪੋਰਟ ਦੀ ਲੋੜ ਨਾ ਹੋਵੇ, ਜਿਹਨੂੰ ਕਿਸੇ ਦੇ ਆਸਰੇ ਦੀ ਲੋੜ ਨਾ ਹੋਵੇ, ਉਹਨੂੰ ਕਹਿੰਦੇ ਅਪਰੰਪਰ। ਉਹ ਕੇਵਲ ਤੇ ਕੇਵਲ ਅਕਾਲ ਪੁਰਖ ਹੀ ਹੈ। ਇੱਥੇ ਤੀਸਰਾ ਸਟੈਂਜ਼ਾ ਜਿਹੜਾ ਹੈ ਉਹ ਮੁੱਕ ਜਾਂਦਾ ਹੈ। ਇੱਕ ਵਾਰ ਫਿਰ ਇਹਨੂੰ ਸਮਰਾਈਜ਼ ਕਰ ਲਈਏ, ਕਿਉਂਕਿ ਇਹ ਵਿਸ਼ਾ ਬਹੁਤ ਬਰੀਕ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਭਗਤੀ ਉਹੀ ਕਰੇਗਾ ਜਿਹਨੂੰ ਰੱਬ ਤੇ ਪ੍ਰਤੀਤ ਭਰੋਸਾ ਹੋਏਗਾ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਜੋ ਕੋਈ ਵੀ ਬੰਦਗੀ ਕਰਦਾ ਹੈ ਉਹਨੂੰ ਅਕਾਲ ਪੁਰਖ ਦੇ ਨਾਮ ਦੀ ਦਾਤ ਦਾ ਅਹਿਸਾਸ ਹੁੰਦਾ ਹੈ। ਇਹੀ ਪ੍ਰਭੂ ਦੀ ਬਖਸ਼ਿਸ਼ ਦਾ ਪ੍ਰਤੀਕ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ, ਜਿਹੜਾ ਭਗਤੀ ਕਰਦਾ ਹੈ ਉਹਦਾ ਭਗਤੀ ਕਰਨ ਵਾਲਾ ਹੀ ਆਚਾਰ ਲਾਈਫ ਸਟਾਈਲ ਬਣ ਜਾਂਦਾ ਹੈ, ਲਾਈਫ ਦਾ ਅਹਿਮ ਹਿੱਸਾ ਬਣ ਜਾਂਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਪਰ ਕਿਸੇ ਵਿਰਲੇ ਨਾਮ ਅਭਿਆਸੀ ਨੂੰ ਇਹ ਔਖੀ ਬੰਦਗੀ ਕਰਨ ਦੀ ਸੋਝੀ ਮਿਲਦੀ ਹੈ। ਗਾਵੇ ਕੋ ਸਾਜ ਕਰੇ ਤਨ ਖੇ, ਜੋ ਪ੍ਰਭੂ ਭੰਨਣ ਘੜਨ ਸਮਰੱਥ ਹੈ ਉਸ ਦੀ ਭਗਤੀ ਕਰਨੀ ਹੈ, ਪਰ ਕੋਈ ਵਿਰਲਾ ਕਰਦਾ ਹੈ।
ਗਾਵੇ ਕੋ ਜੀ ਲੈ ਫਿਰਦੇ। ਜਿਹੜਾ ਪ੍ਰਭੂ ਪ੍ਰਾਣ ਦਿੰਦਾ, ਜੀਵਨ ਦਿੰਦਾ, ਲੈਂਦਾ ਹੈ, ਉਸੇ ਦੀ ਭਗਤੀ ਕਰਨੀ ਹੈ, ਕੋਈ ਵਿਰਲਾ ਕਰਦਾ ਹੈ। ਗਾਵੇ ਕੋ ਜਾਪੈ ਦਿਸੈ ਦੂਰ। ਕਈ ਭਗਤੀ ਵਾਲੇ ਪਾਸੇ ਲੱਗੇ ਨੇ, ਨਾਮ ਅਭਿਆਸ ਕਰ ਰਹੇ ਨੇ, ਪਰ ਉਹਨਾਂ ਨੂੰ ਹਲੇ ਅਕਾਲ ਪੁਰਖ ਦੂਰ ਜਾਪਦਾ, ਉਹਨਾਂ ਨੂੰ ਹਲੇ ਉਹਦੀ ਨੇੜਤਾ ਦਾ ਅਹਿਸਾਸ ਨਹੀਂ ਹੋਇਆ। ਗਾਵੇ ਕੋ ਵੇਖੈ ਹਾਦਰਾ ਹਦੂਰ। ਮਿਹਨਤ ਕਰਦੇ ਕਰਦੇ, ਨਾਮ ਜਪਦੇ ਜਪਦੇ ਸਟੇਟ ਆਫ ਮਾਈਂਡ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਉਹਨਾਂ ਨੂੰ ਉਸ ਅਕਾਲ ਪੁਰਖ ਦੀ ਮੌਜੂਦਗੀ ਦਾ ਅਹਿਸਾਸ ਅੰਦਰੋਂ ਹੀ ਹੋ ਜਾਂਦਾ ਹੈ। ਕਥਨਾ ਕਥੀ ਨਾ ਆਵੇ ਤੋਟ। ਭਗਤੀ ਜਿਹੜੀ ਹੈ ਉਹ ਕਦੇ ਨਾ ਮੁੱਕਣ ਵਾਲਾ ਸਿਲਸਿਲਾ ਹੈ, ਅਟੁੱਟ ਲੰਗਰ ਹੈ। ਅਟੁੱਟ ਲੰਗਰ ਆ ਹੁੰਦਾ ਹੈ, ਅਟੁੱਟ ਜਿਹੜਾ ਲਗਾਤਾਰ ਚੱਲੇ। ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਉਸ ਅਕਾਲ ਪੁਰਖ ਦੀ ਇਬਾਦਤ ਕਰ ਰਹੇ ਨੇ। ਦਿੰਦਾ ਦੇ ਲੈਂਦੇ ਥੱਕ ਪਾਹੇ। ਦਾਤਾਰ ਦਾਤਾਂ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਨੇ। ਜੁਗਾਂ ਜੁਗੰਤਰ ਖਾਏ ਖਾਹੇ। ਲੈਣ ਵਾਲੇ ਜੁਗਾਂ ਜੁਗਾਂਤਰਾਂ ਤੋਂ ਉਸ ਦੀਆਂ ਦਾਤਾਂ ਨੂੰ ਭੋਗ ਰਹੇ ਨੇ। ਹੁਕਮੀ ਹੁਕਮ ਚਲਾਏ ਰਾਹ। ਰੱਬ ਦੇ ਭਾਣੇ ਵਿੱਚ ਰਹਿਣ ਵਾਲੇ ਹੀ ਬੰਦਗੀ ਦਾ ਜੀਵਨ ਜਿਉਂਦੇ ਨੇ। ਨਾਨਕ ਵਿਗਸੈ ਵੇ ਪ੍ਰਵਾਹੋ। ਨਾਨਕ ਨੂੰ ਗਿਆਨ ਆਇਆ ਕਿ ਉਹ ਅਕਾਲ ਪੁਰਖ ਆਪਣੀ ਮੌਜ ਵਿੱਚ ਹੈ, ਉਸ ਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ, ਉਸ ਨੂੰ ਉਹ ਬੇਪਰਵਾਹ ਹੈ। ਮੇਰਾ ਖਿਆਲ ਇੱਥੇ ਆਪਾਂ ਸਮਾਪਤੀ ਕਰਾਂਗੇ। ਥੋੜ੍ਹਾ ਜਿਹਾ ਟਾਈਮ ਡਿਸਕਸ਼ਨ 'ਤੇ ਲਾ ਲਓ। ਮੈਂ ਹੁਣੇ ਇੱਥੇ ਸਾਰਿਆਂ ਨੂੰ ਅਨਮਿਊਟ ਕਰਨ ਦੀ, ਅੱਜ ਮੇਰੇ ਖਿਆਲ ਸਿਮਰਤਪਾਲ ਜੀ ਬਿਜ਼ੀ ਹੋ ਗਏ ਨੇ ਕਿਤੇ, ਉਹਨਾਂ ਨੇ ਜੁਆਇਨ ਨਹੀਂ ਕੀਤਾ, ਅਤੇ ਮੈਂ ਹੀ ਇਹ ਕੰਮ ਅਲਾਓ ਪਾਰਟੀਸਪੈਂਟਸ ਟੂ ਅਨਮਿਊਟ ਦੈਮਸੈਲਵਸ। ਓਕੇ ਜੀ, ਮੈਂ ਇੱਥੇ ਫਤਿਹ ਗਜਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪ ਜੀ ਆਪਣੇ ਵਿਚਾਰ ਰੱਖ ਸਕਦੇ ਹੋ। ਅਨਮਿਊਟ ਤਾਂ ਹੀ ਕਰਿਓ ਕਿ ਜੇ ਬੋਲਣਾ, ਉਹ ਅਦਰਵਾਈਜ਼ ਅਨਮਿਊਟ ਨਾ ਕਰੋ, ਕਿਉਂਕਿ ਫਿਰ ਉਹ ਆਵਾਜ਼ਾਂ ਪਿੱਛੋਂ ਆਉਂਦੀਆਂ ਰਹਿੰਦੀਆਂ ਨੇ। ਹਾਂਜੀ, ਮੇਰਾ ਖਿਆਲ ਕੋਈ ਸ਼ੱਕ ਸ਼ੁਬਾ ਰਿਹਾ ਨਹੀਂ ਕਿਸੇ ਦਾ। ਆਪਾਂ ਵਧੀਆ ਐਕਸਪਲੇਨ ਕਰਤਾ ਇਹਦਾ ਮਤਲਬ। ਹਾਂਜੀ, ਆਪਣੇ ਆਪ ਨੂੰ ਅਨਮਿਊਟ ਕਰਕੇ ਕੋਈ ਵੀ ਵਿਚਾਰ ਦਿਓ ਜੀ ਪਲੀਜ਼। ਭੈਣ ਜੀ ਜਸਕਿਰਨ ਕੌਰ ਜੀ, ਥੈਂਕ ਯੂ। ਹਾਂਜੀ, ਜੋ ਆਮ ਨੋਟ ਰਾਈਟ। ਗੁਰਬਾਣੀ ਰਾਈਟ ਹੈ, ਮੈਂ ਤਾਂ ਤੁਹਾਡੇ ਵਰਗਾ ਹੀ ਹਾਂ। ਮੈਨੂੰ ਇਹ ਕਿਸੇ ਵੇਲੇ ਵੀ ਆਪਾਂ ਟਪਲਾ ਖਾ ਕੇ ਕਿਤੇ ਵੀ ਆਪਾਂ ਕੁਛ ਮਿਸਟੇਕ ਗਲਤੀ ਕਰ ਸਕਦੇ ਹਾਂ ਜੀਵਨ ਦੇ ਵਿੱਚ। ਗੁਰਬਾਣੀ ਠੀਕ ਹੈ। ਹਾਂਜੀ, ਨਹੀਂ, ਸਾਨੂੰ ਤੁਹਾਡੀ ਆਵਾਜ਼ ਠੀਕ ਸੁਣ ਰਹੀ ਹੈ।